आपनू केड़ी काली पई सी उस नोटिफिकेशन जारी करन दी? गुमराह किया जा रहा है सारा कांग्रेस ते अकालियां दी उस घबराहट का नतीजा है जो भाजपा भी तुहाडे अगेंस्ट हो गई है। इस दिन देश के प्रेजिडेंट दी उस ऑर्डीनेंस के उत्ते स्टैंप लग गई सी। वो कानून पूरे देश उस दिन लागू हो गया। जे सूबिਆਂ ਦੇ ਹੱਥ ਵਿੱਚ ਹੁੰਦਾ ਵੀ ਕਿਸੇ ਕਾਨੂੰਨ ਨੂੰ ਰੋਕ ਲੈਣ ਤੇ ਪੰਜਾਬ ਨੇ ਰੋਕ ਲੈਣਾ ਸੀ, ਫਿਰ ਪੰਜਾਬ ਦੇ ਕਿਸਾਨਾਂ ਨੇ ਇੱਥੇ ਆਉਣ ਦੀ ਲੋੜ 70,000 करोड़ पंजाब दे कोई सरकार आ जाए, भावें आप आ जाए भावें भाजपा आ जाए, ये पॉसिबल ही नहीं है। ਇਹ ਪ੍ਰੋਪੋਗੇਟ ਕੀਤਾ ਜਾ ਰਿਹਾ। ਦਿੱਲੀ 'ਚ ਵੀ ਜਦੋਂ ਕਾਂਗਰਸ ਦੀ ਸਰਕਾਰ ਸੀ ਤੇ ਦਿੱਲੀ 'ਚ ਵੀ ਕਿਹਾ ਜਾਂਦਾ ਸੀ ਜੀ ਬੱਤੀ ਦੇ ਰੇਟ ਤੇ ਘੱਟ ਹੋ ਹੀ ਨਹੀਂ ਸਕਦੇ, ਹਰ ਸਾਲ ਵਧਣਗੇ ਹੀ ਵਧਣਗੇ। ਹੁਣ 30 ਲੱਖ ਘਰਾਂ ਨੂੰ ਹਰ ਮਹੀਨੇ ਬਿਜਲੀ ਦੇ ਜ਼ੀਰੋ ਬਿੱਲ ਆਉਂਦੇ, ਕਿੱਦਾਂ ਆਉਂਦੇ ਆ? ਸਾਰੀ ਨੀਅਤ ਦੀ ਖੇਡ ਹੈ। ਸਾਡੀ ਸਰਕਾਰ ਆਏਗੀ, ਆਪਾਂ ਸੂਬਾ ਸਰਕਾਰ ਵੱਲੋਂ ਹੀ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਲੈ ਕੇ ਆਵਾਂਗੇ। ਕਿਤੇ ਵੀ ਦਿੱਲੀ ਦਾ ਇੱਕ ਵੀ ਕਿਸਾਨ ਜਾਂ ਦਿੱਲੀ ਦੇ ਇੱਕ ਵੀ ਕਿਸਾਨ ਜਥੇਬੰਦੀ ਦਿਸੀ ਜੋ ਆਪਣੀ ਸਰਕਾਰ ਤੋਂ ਨਾਖੁਸ਼ ਹੋਵੇ। ਮੈਂ ਤੁਹਾਨੂੰ ਫਰਕ ਦੱਸਦਾ, ਪੰਜਾਬ 'ਚ ਜੋ ਇਸ ਟਾਈਮ ਲੜਾਈ ਚੱਲ ਰਹੀ ਹੈ ਪੰਜਾਬ ਦੇ ਕਿਸਾਨ ਵੀਰਾਂ ਦੀ, ਉਹ ਐਮਐਸਪੀ ਦੀ ਹੈ। ਜੇ ਸਾਨੂੰ 1888 ਜੋ ਵੀ ਕਣਕ ਦੀ ਐਮਐਸਪੀ ਹੈ ਸਾਨੂੰ ਮਿਲਣੀ ਚਾਹੀਦੀ, ਇਸ ਚੀਜ਼ ਦੀ ਲੜਾਈ ਹੈ। ਦਿੱਲੀ ਭਾਰਤ ਦੀ ਪਹਿਲੀ ਸਟੇਟ ਹੈ ਜਿੱਥੇ ਸਵਾਮੀਨਾਥਨ ਰਿਪੋਰਟ ਦੇ ਆਧਾਰ ਤੇ ਦਿੱਲੀ ਦੇ ਕਿਸਾਨਾਂ ਨੂੰ ਐਮਐਸਪੀ ਤੋਂ ਵੀ 800 ਰੁਪਏ ਉੱਪਰ ਪ੍ਰਾਈਜ਼ ਮਿਲਦਾ ਆਪਣੀ ਫਸਲਾਂ ਦਾ, ਤੇ ਉੱਥੇ ਤੇ ਅਜੇ ਆਪਾਂ 1800 1900 ਦੀ ਲੜਾਈ ਲੜਦੇ ਹਾਂ, ਦਿੱਲੀ ਤੇ 2700 ਮਿਲ ਰਿਹਾ ਹੈ। ਅਸੀਂ ਆਏ ਹਾਂ ਹੁਣ ਆਪ ਸਰਕਾਰ ਵੱਲੋਂ ਜੋ ਪ੍ਰਬੰਧ ਕੀਤੇ ਗਏ ਕਿਸਾਨਾਂ ਵਾਸਤੇ। ਜਰਨੈਲ ਸਿੰਘ ਜੀ ਸਾਨੂੰ ਇੱਥੇ ਘੁਮਾਉਣ ਲੱਗੇ ਨੇ ਕਿ ਇੱਥੇ ਕੀ ਪ੍ਰਬੰਧ ਕੀਤੇ ਜਾ ਰਹੇ ਹੈ। ਜਰਨੈਲ ਸਿੰਘ ਜੀ, ਉੱਥੋਂ ਆਉਣ ਤੋਂ ਪਹਿਲੇ ਅੱਜ ਜਿਹੜਾ ਸਭ ਤੋਂ ਵੱਡਾ ਮੁੱਦਾ ਉੱਠ ਕੇ ਆ ਰਿਹਾ ਹੈਗਾ ਕਿ ਆਪ ਨੂੰ ਕਿਹੜੀ ਕਾਲੀ ਪਈ ਸੀ ਉਸ ਨੋਟੀਫਿਕੇਸ਼ਨ ਜਾਰੀ ਕਰਨ ਦੀ ਕਿ ਮੰਡੀ ਕਿੱਥੇ ਵੀ ਦਿੱਲੀ ਵਿੱਚ ਜਿਹੜੀ ਤੁਸੀਂ ਨੋਟੀਫਿਕੇਸ਼ਨ ਜਾਰੀ ਕੀਤੀ ਹੈ? ਵੇਖੋ, ਜਿਹੜਾ ਇਹ ਗੁੰਮਰਾਹ ਕੀਤਾ ਜਾ ਰਿਹਾ ਹੈ ਸਾਰਾ ਕਾਂਗਰਸ ਤੇ ਅਕਾਲੀਆਂ ਦੀ ਉਸ ਘਬਰਾਹਟ ਦਾ ਨਤੀਜਾ ਹੈ ਜੋ ਭਾਜਪਾ ਵੀ ਤੁਹਾਡੇ ਅਗੇਂਸਟ ਹੋ ਗਈ ਹੈ। ਹਾਂ, ਨਹੀਂ ਅਗੇਂਸਟ ਤੇ ਹੋਣਗੇ ਕਿਉਂਕਿ ਆਪਸ 'ਚ ਰਲੇ ਹੋਏ ਨੇ ਤੇ ਸਾਰੇ ਇਕੱਠੇ ਹੋ ਜਾਂਦੇ ਨੇ। ਜਦਕਿ ਸੇਮ ਕਾਨੂੰਨ 2014 ਦੇ ਅੰਦਰ ਇੱਥੇ ਪਾਸ ਹੋਇਆ ਪਿਆ। ਜੋ ਮੇਨ ਮਸਲਾ ਹੈ ਉਹ ਸਿਰਫ ਕੁਝ ਚੀਜ਼ਾਂ ਲਈ ਹੈ। ਤੁਸੀਂ ਅੱਜ ਜਿਹੜਾ ਕਿਸਾਨ ਨਵੇਂ ਕਾਨੂੰਨ ਬਣੇ ਉਹਨਾਂ ਵਿੱਚੋਂ ਇੱਕ ਚੀਜ਼ ਨੂੰ ਪਾਸ ਕਰ ਦਿੱਤਾ। ਦੇਖੋ, ਜਿਸ ਦਿਨ ਦੇਸ਼ ਦੇ ਪ੍ਰੈਜ਼ੀਡੈਂਟ ਦੀ ਉਸ ਆਰਡੀਨੈਂਸ ਦੇ ਉੱਤੇ ਸਟੈਂਪ ਲੱਗ ਗਈ ਸੀ, ਉਹ ਕਾਨੂੰਨ ਪੂਰੇ ਦੇਸ਼ ਉਸੇ ਦਿਨ ਲਾਗੂ ਹੋ ਗਿਆ। ਜੇ ਸੂਬਿਆਂ ਦੇ ਹੱਥ ਵਿੱਚ ਹੁੰਦਾ ਵੀ ਕਿਸੇ ਕਾਨੂੰਨ ਨੂੰ ਰੋਕ ਲੈਣ ਤੇ ਪੰਜਾਬ ਨੇ ਰੋਕ ਲੈਣਾ ਸੀ, ਫਿਰ ਪੰਜਾਬ ਦੇ ਕਿਸਾਨਾਂ ਨੇ ਇੱਥੇ ਆਉਣ ਦੀ ਲੋੜ ਕਿਉਂ ਪੈਂਦੀ? ਲਾਗੂ ਕਰਨ ਵਿੱਚ ਜਲਦ ਦਿਖਾਉਣ ਦੀ ਲੋੜ ਤੇ ਨਹੀਂ ਸੀਗੀ। ਮੈਂ ਕਹਿੰਦਾ ਜਿਹੜਾ ਮੇਨ ਮਸਲਾ ਹੈ ਆਪਾਂ ਨੂੰ ਉਸ ਤੇ ਫੋਕਸ ਕਰਨਾ ਚਾਹੀਦਾ ਹੈ। ਮੇਨ ਮਸਲਾ ਇਹ ਹੈ ਕਿ ਕੇਂਦਰ ਨੇ ਜੋ ਕਾਲੇ ਕਾਨੂੰਨ ਬਣਾਏ ਨੇ ਜਿਹਦੇ ਕਰਕੇ ਕਿਸਾਨ ਇੱਥੇ ਬੈਠੇ ਆ, ਕਿਸਾਨ ਵੀਰ ਐਗਜ਼ੈਕਟਲੀ ਉਹੀ ਅੱਜ ਲੋਕ ਫੀਲ ਕਰ ਰਹੇ ਨੇ। ਆਪ ਤੇ ਜਿਹੜੇ ਆਗੂ ਨੇ ਉਹ ਨਾਲ ਖੜੇ ਹੁੰਦੇ, ਤੁਸੀਂ ਇੱਥੇ ਦੇਖਣ ਆ ਰਹੇ ਆ, ਤੁਸੀਂ ਬਹੁਤ ਵਧੀਆ ਪ੍ਰਬੰਧ ਕੀਤੇ ਨੇ, ਬਟ ਤੁਹਾਡੇ ਸ਼ਹਿਰ ਆਏ ਨੇ, ਸਰਹੱਦ ਤੇ ਆਏ ਨੇ, ਤੇ ਇਹ ਤੁਹਾਡਾ ਬਿਲਕੁਲ ਸਾਡੇ ਮਹਿਮਾਨ ਨੇ। ਆਪਾਂ ਪਹਿਲੇ ਦਿਨ ਤੋਂ ਕਿ ਇਸ ਸੰਘਰਸ਼ ਵਿੱਚ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਆਪਾਂ ਹਰ ਹੱਦ ਤੱਕ ਇਹਨਾਂ ਨੂੰ ਵਾਪਸ ਕਰਾਉਣ ਵਾਸਤੇ ਕਿਸਾਨਾਂ ਦੇ ਨਾਲ ਖੜੇ ਰਹਾਂਗੇ। ਨੀਤੀਆਂ ਬਦਲ ਜਾਂਦੀਆਂ। ਇੱਕ ਪਾਸੇ ਹਰਪਾਲ ਚੀਮਾ ਜੀ ਕੈਪਟਨ ਨਾਲ ਜਾ ਕੇ ਕਹਿੰਦੇ ਕਿ ਗਵਰਨਰ ਨੂੰ ਦੇ ਕੇ ਆਉਂਦੇ ਆ, ਸ਼ਾਮ ਤੱਕ ਨੀਤੀ ਆਉਂਦੀ ਹੈ ਜੀ, ਉਹ ਮੈਨੂੰ ਸਮਝ ਨਹੀਂ ਆਇਆ। ਹੁਣ ਇੱਕ ਵਕੀਲ ਹੋ ਕੇ ਮਤਲਬ ਇਹੀ ਅਸੀਂ ਇੱਕ ਪਾਸੇ ਤੁਸੀਂ ਇੰਨੀ ਮਿਹਨਤ ਕਰ ਰਹੇ ਹੋ, ਸਵਾਗਤ ਕਰ ਰਹੇ ਹੋ, ਮਤਲਬ ਤੁਸੀਂ ਜਦੋਂ ਇੱਧਰ ਦਿਖਾਓ ਕਿੰਨੀ ਲੰਗਰ ਸੇਵਾ ਚੱਲ ਰਹੀ ਹੈ, ਔਰਤਾਂ ਨੂੰ ਤੁਸੀਂ ਵਧੀਆ ਸਹੂਲਤਾਂ ਦੇ ਰਹੇ ਹੋ, ਸੋ ਮਿਹਨਤ ਵੀ ਬਹੁਤ ਕਰ ਰਹੇ ਹੋ, ਪਰ ਫਿਰ ਇਹ ਮੈਂ ਕਹਿੰਦਾ ਵੀ ਜਦ ਕੁਝ ਸਾਫ਼-ਸਾਫ਼ ਦਿਸਦਾ ਹੋਵੇ ਨਾ ਤਾਂ ਮੀਡੀਆ ਨੂੰ ਵਿਖਾਉਣਾ ਚਾਹੀਦਾ ਵੀ ਸਾਫ਼-ਸਾਫ਼ ਦਿਸਦਾ। ਜਿਸ ਦਿਨ ਸੈਸ਼ਨ ਹੋਇਆ ਪੰਜਾਬ ਵਿਧਾਨ ਸਭਾ ਦਾ, ਉਸ ਤੋਂ ਇੱਕ ਰਾਤ ਪਹਿਲਾਂ ਸਾਡੇ ਸਾਰੇ ਐਮਐਲਏ ਵਿਧਾਨ ਸਭਾ ਦੇ ਅੰਦਰ ਸੁੱਤੇ। ਕਿਸ ਕਰਕੇ ਸੁੱਤੇ? ਕਿ ਸਾਨੂੰ ਉਸ ਬਿੱਲ ਦੀ ਕਾਪੀ ਤੇ ਦੇ ਦਿਓ। ਐਡਾ ਵੱਡਾ ਬਿੱਲ ਉਹਨੂੰ ਪੜਨ 'ਚ ਟਾਈਮ ਤੇ ਲੱਗੇਗਾ? ਨਹੀਂ ਕਰਨਾ ਸੀ ਨਾ। ਇੱਕ ਵਕੀਲ ਨੂੰ ਤਾਂ ਪਤਾ ਹੋਣਾ ਚਾਹੀਦਾ ਨਾ ਕਿ ਮੈਂ ਸਾਈਨ ਨਹੀਂ ਕਰਨਾ ਬਿਨਾਂ ਪੜ੍ਹੇ। ਉੱਥੇ ਅਫਰਾ ਤਫਰੀ ਦਾ ਇਦਾਂ ਦਾ ਮਾਹੌਲ ਬਣ ਗਿਆ, ਸਾਡੇ ਐਮਐਲਏਜ਼ ਨੂੰ ਗੁੰਮਰਾਹ ਕੀਤਾ ਗਿਆ ਤੇ ਉਹਨਾਂ ਨੂੰ ਲੱਗਿਆ ਵੀ ਬੱਚੇ ਤਾਂ ਨਹੀਂ ਹੈ, ਬੱਚੇ ਤਾਂ ਨਹੀਂ ਹੈ ਨਾ, ਬੱਚੇ ਤਾਂ ਨਹੀਂ ਹੈ ਨਾ। ਉਸ ਬਿੱਲ ਨੂੰ ਪੜਨ ਤੋਂ ਬਾਅਦ ਜਦ ਪਤਾ ਲੱਗਿਆ ਤੇ ਇਹ ਤੇ ਕੁਝ ਹੈ ਹੀ ਨਹੀਂ, ਸਿਰਫ ਕੇਂਦਰ ਵਾਲੇ ਬਿੱਲਾਂ ਨੂੰ ਸੋਧ ਕਰਕੇ ਤੇ ਗਵਰਨਰ ਸਾਹਿਬ ਨੂੰ ਭੇਜ ਦਿੱਤਾ ਗਿਆ। ਕੈਪਟਨ ਸਰਕਾਰ ਦਾ ਸਟੈਂਡ ਕਲੀਅਰ ਹੋ ਗਿਆ, ਜਿੱਥੇ ਕਿ ਪੰਜਾਬ ਦੀ ਸੂਬਾ ਸਰਕਾਰ ਦੀ ਡਿਊਟੀ ਬਣਦੀ ਸੀ ਕਿ ਜਿਹੜਾ ਸਾਰਾ ਰੋਲਾ ਪਿਆ, ਸਾਰਾ ਝਗੜਾ ਪਿਆ, ਉਹ ਐਮਐਸਪੀ ਦੀ ਗਾਰੰਟੀ ਦਾ ਤੇ ਇੱਕ ਸਿੰਪਲ ਜਿਹਾ ਕਾਨੂੰਨ ਲੈ ਆਉਣ ਵੀ ਜੇ ਕੇਂਦਰ ਨਹੀਂ ਦਿੰਦਾ, ਕੇਂਦਰ ਨਾਕਾਮਯਾਬ ਹੈ, ਕੇਂਦਰ ਦੁਸ਼ਮਣੀ ਕਰੀ ਬੈਠਾ ਹੈ ਪੰਜਾਬ ਦੇ ਕਿਸਾਨਾਂ ਨਾਲ, ਦੇਸ਼ ਦੇ ਕਿਸਾਨਾਂ ਨਾਲ, ਤੇ ਪੰਜਾਬ ਦੀ ਸੂਬਾ ਸਰਕਾਰ ਆਪਦੇ ਕਿਸਾਨਾਂ ਨੂੰ ਇਨਸ਼ੋਰ ਕਰਦੀ ਵੀ ਅਸੀਂ 70,000 ਕਰੋੜ ਪੰਜਾਬ ਦੇ ਕੋਈ ਸਰਕਾਰ ਆ ਜਾਏ, ਭਾਵੇਂ ਆਪ ਆ ਜਾਏ ਭਾਵੇਂ ਭਾਜਪਾ ਆ ਜਾਏ, ਇਹ ਪੋਸੀਬਲ ਹੀ ਨਹੀਂ ਹੈ। ਇਹ ਪ੍ਰੋਪੋਗੇਟ ਕੀਤਾ ਜਾ ਰਿਹਾ। ਦਿੱਲੀ 'ਚ ਵੀ ਜਦੋਂ ਕਾਂਗਰਸ ਦੀ ਸਰਕਾਰ ਸੀ ਤੇ ਦਿੱਲੀ 'ਚ ਵੀ ਕਿਹਾ ਜਾਂਦਾ ਸੀ ਜੀ ਬੱਤੀ ਦੇ ਰੇਟ ਤੇ ਘੱਟ ਹੋ ਹੀ ਨਹੀਂ ਸਕਦੇ, ਹਰ ਸਾਲ ਵਧਣਗੇ ਹੀ ਵਧਣਗੇ। ਹੁਣ 30 ਲੱਖ ਘਰਾਂ ਨੂੰ ਹਰ ਮਹੀਨੇ ਬਿਜਲੀ ਦੇ ਜ਼ੀਰੋ ਬਿੱਲ ਆਉਂਦੇ, ਕਿੱਦਾਂ ਆਉਂਦੇ ਆ? ਸਾਰੀ ਨੀਅਤ ਦੀ ਖੇਡ ਹੈ। ਸਾਡੀ ਸਰਕਾਰ ਆਏਗੀ, ਆਪਾਂ ਸੂਬਾ ਸਰਕਾਰ ਵੱਲੋਂ ਹੀ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਲੈ ਕੇ ਆਵਾਂਗੇ।
ਤੁਹਾਡੀ ਸਰਕਾਰ ਆਏਗੀ, ਹਰ ਇਨਸਾਨ ਹੈਗਾ ਅੰਦਰ ਮੇਰੀ ਸਰਕਾਰ ਆਏਗੀ। ਨੋ ਨੋ ਐਗਜ਼ੈਕਟਲੀ ਅਸੀਂ ਤੇ ਕਰਕੇ ਵਿਖਾਇਆ, ਆਪਾਂ ਤਾਂ ਕਹਿੰਦੇ ਆ ਕਰਕੇ ਵਿਖਾਇਆ। ਬਟ ਅੱਜ ਜੋ ਕਿਸਾਨ ਮੰਗਦੇ ਸਨ ਕਿ ਵੀ ਤੁਸੀਂ ਥੋੜੀ ਦੇਰ ਵੇਟ ਕਰ ਦਿੰਦੇ ਇਸ ਨੋਟੀਫਿਕੇਸ਼ਨ ਨੂੰ, ਜੱਜ ਕੱਲ ਹੀ ਨਹੀਂ ਸੀਗੀ ਕੁਝ। ਦੇਖੋ ਸਿਰਫ ਹੈ ਗੁੰਮਰਾਹ ਕਰਨ ਵਾਸਤੇ ਕਿ ਇਹਨਾਂ ਨੇ ਪੁਆਇੰਟ ਫੜ ਲਿਆ, ਜਦਕਿ ਜਿਸ ਦਿਨ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਸਾਈਨ ਹੋ ਗਏ ਸੀ ਆਲਰੇਡੀ ਹਰ ਸਟੇਟ ਵਿੱਚ ਉਹ ਲਾਗੂ ਹੋ ਸੋ ਗਿਆ। ਹਰ ਸਟੂਬੇ ਨੇ ਉਹ ਨੋਟੀਫਿਕੇਸ਼ਨ ਜਾਰੀ ਕੀਤੀ ਕਿ ਸਿਰਫ ਦਿੱਲੀ ਨੇ ਜਾਰੀ ਹਰ ਕੀਤੀ? ਸਟੇਟ ਵਿੱਚ ਉਹ ਲਾਗੂ ਹੋ ਗਿਆ ਹੈ, ਨੋਟੀਫਾਈ ਹੋ ਚੁੱਕਿਆ ਪ੍ਰੈਜ਼ੀਡੈਂਟ ਆਫ ਇੰਡੀਆ ਵੱਲੋਂ। ਕਿਸੇ ਸੂਬੇ ਦੇ ਉਹਨੂੰ ਵਾਪਸ ਕਰਨ ਨਾਲ ਅਡਾਪਟ ਕਰਨ ਨਾਲ ਕੋਈ ਫਰਕ ਨਹੀਂ ਪੈਣ ਲੱਗਾ। ਜੇ ਇੰਨਾ ਹੀ ਹੁੰਦਾ ਤੇ ਪੰਜਾਬ ਸਰਕਾਰ ਉਹਨੂੰ ਰਿਫਿਊਜ਼ ਕਰ ਦਿੰਦੀ, ਪਰ ਪੰਜਾਬ 'ਚ ਵੀ ਲਾਗੂ ਹੋ ਚੁੱਕਿਆ ਇੱਕ ਹੈ। ਹੋਰ ਸਵਾਲ ਵਾਰ-ਵਾਰ ਉੱਠ ਕੇ ਆਉਂਦਾ ਹੈ ਕਿ ਆਪ ਸਰਕਾਰ ਕਹਿੰਦੀ ਹੈ ਕਿ ਜੋ ਪੰਜਾਬ ਸਰਕਾਰ ਦਾ ਜੋ ਤਰੀਕਾ ਹੈ, ਜੋ ਕਾਨੂੰਨ ਰੱਦ ਕਰਨ ਦਾ ਤਰੀਕਾ ਹੈ, ਉਹ ਗਲਤ ਹੈਗਾ। ਰੱਦ ਕੀਤਾ ਹੀ ਨਹੀਂ ਨਾ, ਸੋਚ ਕਰਤੀ ਅਮੈਂਡਮੈਂਟ। ਉਹਨਾਂ ਵੱਲੋਂ ਜੋ ਕੋਸ਼ਿਸ਼ ਕੀਤੀ, ਕੋਈ ਜਦ ਤੱਕ ਗਵਰਨਰ ਪ੍ਰੈਜ਼ੀਡੈਂਟ ਸਾਈਨ ਨਹੀਂ ਕਰਨਗੇ ਨਹੀਂ ਪੋਸੀਬਲ। ਸੋ ਆਪਨੇ ਕਿਉਂ ਨਹੀਂ ਕੋਈ ਇਹੋ ਜਿਹਾ ਆਪਣਾ ਬਿੱਲ ਪਾਸ ਜੋ ਦਿਖਾਏ ਕਿ ਅਸਲ ਵਿੱਚ ਕੀ ਹੋਣਾ ਚਾਹੀਦਾ ਆ ਸੀਗਾ? ਬਹੁਤ ਤੁਹਾਡਾ ਚੰਗਾ ਸਵਾਲ ਹੈ। ਤੁਹਾਨੂੰ ਕਿਤੇ ਵੀ ਦਿੱਲੀ ਦਾ ਇੱਕ ਵੀ ਕਿਸਾਨ ਜਾਂ ਦਿੱਲੀ ਦੇ ਇੱਕ ਵੀ ਕਿਸਾਨ ਜਥੇਬੰਦੀ ਦਿਸੀ ਜੋ ਆਪਣੀ ਸਰਕਾਰ ਤੋਂ ਨਾਖੁਸ਼ ਹੋਵੇ? ਮੈਂ ਤੁਹਾਨੂੰ ਫਰਕ ਦੱਸਦਾ, ਪੰਜਾਬ 'ਚ ਜੋ ਇਸ ਟਾਈਮ ਲੜਾਈ ਚੱਲ ਰਹੀ ਹੈ ਪੰਜਾਬ ਦੇ ਕਿਸਾਨ ਵੀਰਾਂ ਦੀ, ਉਹ ਐਮਐਸਪੀ ਦੀ ਹੈ। ਜੇ ਸਾਨੂੰ 1888 ਜੋ ਵੀ ਕਣਕ ਦੀ ਐਮਐਸਪੀ ਹੈ ਸਾਨੂੰ ਮਿਲਣੀ ਚਾਹੀਦੀ, ਇਸ ਚੀਜ਼ ਦੀ ਲੜਾਈ ਹੈ। ਦਿੱਲੀ ਭਾਰਤ ਦੀ ਪਹਿਲੀ ਸਟੇਟ ਹੈ ਜਿੱਥੇ ਸਵਾਮੀਨਾਥਨ ਰਿਪੋਰਟ ਦੇ ਆਧਾਰ ਤੇ ਦਿੱਲੀ ਦੇ ਕਿਸਾਨਾਂ ਨੂੰ ਐਮਐਸਪੀ ਤੋਂ ਵੀ 800 ਰੁਪਏ ਉੱਪਰ ਪ੍ਰਾਈਜ਼ ਮਿਲਦਾ ਆਪਣੀ ਫਸਲਾਂ ਦਾ, ਤੇ ਉੱਥੇ ਤੇ ਅਜੇ ਆਪਾਂ 1800 1900 ਦੀ ਲੜਾਈ ਲੜਦੇ ਹਾਂ, ਦਿੱਲੀ ਤੇ 2700 ਮਿਲ ਰਿਹਾ ਹੈ। ਤੇ ਬਹੁਤ ਫਰਕ ਹੈ। ਮੈਂ ਤਾਂ ਹੀ ਕਹਿੰਦਾ ਨੀਅਤ ਦਾ ਫਰਕ ਹੈ। ਇੱਥੇ ਵੇਖੋ ਤੁਹਾਨੂੰ ਇੱਕ ਵੀ ਕਿਸਾਨ ਦਿੱਲੀ ਦਾ ਨਾਖੁਸ਼ ਦੇਖਦੇ ਆਪਣੀ ਸਰਕਾਰ ਤੋਂ। ਤੇ ਹਰ ਸਰਕਾਰ ਭਾਵੇਂ ਕਾਂਗਰਸ ਹੈ ਭਾਵੇਂ ਤੁਸੀਂ ਇਹ ਕਿੱਦਾਂ ਕਰ ਪਾਏ, ਇਹ ਵੀ ਦੱਸੋ ਸਾਨੂੰ। ਨੀਅਤ ਹੈ ਕਰਨ ਦੀ, ਨੀਅਤ ਹੈ ਲੋਕਾਂ ਵਾਸਤੇ। ਜਿਹੜਾ ਇੱਕ ਨਵਾਂ ਕਲਚਰ ਦਿੱਲੀ ਤੋਂ ਸ਼ੁਰੂ ਹੋਇਆ ਕਿ ਜਿਹੜਾ ਆਪਾਂ ਵਾਅਦੇ ਕਰਦੇ ਆ ਵੋਟਾਂ ਲੈਂਦੇ ਵੇਲੇ, ਅਗਲੀ ਵਾਰ ਜਦੋਂ ਵੋਟਾਂ ਹੋਣ ਤੇ ਆਪਾਂ ਰਿਪੋਰਟ ਕਾਰਡ ਨਾਲ ਲੈ ਕੇ ਜਾਈਦਾ ਬਈ 32 ਹਾਫ ਪਾਣੀ ਮਾਫ ਦਾ ਵਾਅਦਾ ਕਰਕੇ ਆਏ ਸੀ, ਆ 32 ਵੀ ਮਾਫ ਕਰਕੇ ਦਿੱਤੀ ਹੈ ਤੁਹਾਡੇ ਵਾਸਤੇ, ਜਿੰਨਾ ਕਿਹਾ ਉਸ ਤੋਂ ਵੱਧ ਕਰਕੇ ਦਿੱਤਾ ਹੈ। ਤੇ ਇਸੇ ਕਿਸਮ ਦੀ ਰਾਜਨੀਤੀ ਨੂੰ ਸਾਰਾ ਦੇਸ਼ ਅੱਜ ਪਸੰਦ ਕਰ ਰਿਹਾ ਹੈ। ਐਸੇ ਚੀਜ਼ ਤੋਂ ਘਬਰਾਏ ਹੋਏ ਨੇ। ਹੁਣ ਕੈਪਟਨ ਸਾਹਿਬ ਦੀ ਆਪਣੀ ਪਰੇਸ਼ਾਨੀਆਂ ਨੇ, ਈਡੀ ਦੇ ਸੰਬੰਧ 2 ਛਾਪੇ ਪੈ ਜਾਂਦੇ ਨੇ, ਕੈਪਟਨ ਸਾਹਿਬ ਘਬਰਾ ਜਾਂਦੇ ਨੇ, ਅੰਦਰ ਖਾਤੇ ਰਲੇ ਹੁੰਦੇ ਨੇ, ਉੱਪਰੋਂ ਕੁਛ ਨਾ ਕੁਛ ਡਰਾਮੇਬਾਜ਼ੀ ਚੱਲਦੀ ਰਹਿੰਦੀ ਹੈ। ਜੇ ਪੰਜਾਬ ਸਰਕਾਰ ਦੀ ਨੀਅਤ ਹੋਵੇ ਤੇ ਆਪਣੇ ਬੂਥੇ ਤੇ ਵੀ ਪੰਜਾਬ ਸਰਕਾਰ ਐਮਐਸਪੀ ਗਾਰੰਟੀ ਦਾ ਕਾਨੂੰਨ ਲੈ ਕੇ ਆ ਸਕਦੀ ਹੈ। ਸੋ ਇਹ ਤੁਹਾਨੂੰ ਯਕੀਨ ਹੈ ਕਿ ਕੱਲ ਨੂੰ ਆਪ ਦੀ ਸਰਕਾਰ ਆਉਂਦੀ ਹੈ, ਤੁਸੀਂ 70,000 ਕਰੋੜ ਜਿਹੜੇ ਸਾਡੇ ਪੰਜਾਬ ਦੇ ਕਿਸਾਨ ਉਹਨਾਂ ਨੂੰ ਤੁਸੀਂ ਦੇ ਸਕਦੇ ਅਸੀਂ ਹੋ? ਤੇ ਕਰਕੇ ਵਿਖਾਇਆ। ਆਸ-ਪਾਸ ਦੀ ਸਰਕਾਰਾਂ ਵਿੱਚ ਤੁਹਾਨੂੰ ਇਦਾਂ ਉੱਥੇ ਹਰ ਵਾਰੀ ਇਹੋ ਗੱਲ ਆ ਜਾਂਦੀ, ਜਦ ਪਿਛਲੀ ਵਾਰ ਵੀ ਗੱਲ ਹੋਈ ਕਿ ਦਿੱਲੀ ਵਿੱਚ ਕਿਸਾਨੀ ਖੇਤੀ ਦੇ ਲੋਕ ਬਹੁਤ ਘੱਟ ਨੇ। ਸੋ ਪੰਜਾਬ ਦਾ ਜਿਹੜਾ ਬਿੱਲ ਹੈ 70,000 ਕਰੋੜ ਦਾ ਤਕਰੀਬਨ ਆਂਦਾ ਹੈਗਾ। ਮੈਂ ਕਹਿੰਦਾ ਫਿਰ ਪੰਜਾਬ 'ਚ ਬਿਜਲੀ ਫ੍ਰੀ ਕਰਕੇ ਵਿਖਾ ਦਿਓ, ਪੰਜਾਬ 'ਚ ਘਰ ਘਰ ਕੈਮਰੇ ਲਗਾ ਕੇ ਵਿਖਾ ਦਿਓ, ਜਿਹੜੇ ਕੰਮ ਦਿੱਲੀ ਨੇ ਕੀਤੇ ਨੇ ਉਹ ਕਰਕੇ ਵਿਖਾ ਦਿਓ। ਕਿਤੇ ਨਹੀਂ ਹੋਏ ਨਾ, ਦਿੱਲੀ ਵਰਗੇ ਸਕੂਲ ਬਣਾ ਕੇ ਵਿਖਾ ਦਿਓ, ਦਿੱਲੀ ਵਰਗੀ ਮੁਹੱਲਾ ਕਲੀਨਿਕ ਪੰਜਾਬ 'ਚ ਬਣਾ ਕੇ ਵਿਖਾ ਦਿਓ। ਨੀਅਤ ਹੈ ਤਾਂ ਇਹ ਸਾਰੇ ਕੰਮ ਹੋ ਸਕਦੇ ਨੇ, ਪਾ ਰਹੇ ਨੇ ਨਾ ਇੱਥੇ। ਸੋ ਤੁਸੀਂ ਅੱਜ ਜਿਹੜੇ ਅਸੀਂ ਅੱਜ ਦੇ ਅੰਦੋਲਨ ਤੇ ਆਈਏ, ਜਿਹੜੇ ਕਿਸਾਨ ਹੈ ਉਹਨਾਂ ਵਾਸਤੇ ਕੀ ਸਹੂਲਤਾਂ ਦੇ ਰਹੇ ਹੈਗੇ? ਬਿਲਕੁਲ 26 ਤਰੀਕ ਤੋਂ ਜਦੋਂ ਤੋਂ ਇਹ ਮੂਵਮੈਂਟ ਇਹਨਾਂ ਨੇ ਐਲਾਨ ਕੀਤਾ ਸੀ ਵੀ 26 27 2 ਦਿਨ ਪ੍ਰੋਟੈਸਟ ਕਰਾਂਗੇ। ਜਿਸ ਤਰੀਕੇ ਪਹਿਲਾਂ ਹਰਿਆਣੇ ਵਿੱਚ ਬੀਜੇਪੀ ਦੀ ਸਰਕਾਰ ਵੱਲੋਂ, ਖੱਟਰ ਸਰਕਾਰ ਵੱਲੋਂ ਤਮਾਮ ਰੁਕਾਵਟਾਂ ਪੈਦਾ ਕੀਤੀਆਂ ਗਈਆਂ, ਸ਼ਰਮਨਾਕ ਸੀ। ਨਹੀਂ ਹੋਣਾ ਚਾਹੀਦਾ ਵੀ ਗੱਲ ਪੰਜਾਬ ਦੇ ਕਿਸਾਨ ਕੇਂਦਰ ਸਰਕਾਰ ਨੂੰ ਕਰਨਾ ਚਾਹ ਰਹੇ ਨੇ। ਉਹਨਾਂ ਦਾ ਕੋਈ ਨਹੀਂ ਬਣਦਾ ਸੀ ਵੀ ਉੱਥੇ ਸੜਕ ਵਿੱਚ ਟੋਏ ਪੁੱਟ ਦੇਣ, ਬੈਰੀਕੇਡਿੰਗ ਕਰ ਦੇਣ, ਅਥਰੂ ਗੈਸ ਦੇ ਗੋਲੇ ਮਾਰਨ, ਵਾਟਰ ਕੈਨਨ ਮਾਰਨ। ਪਰ ਦਿੱਲੀ ਵੜ ਦੇ ਨਾਲ ਹੀ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹੁੰਦੀ ਹੈ ਸ਼ੁਰੂ, ਉੱਥੇ ਆਪਾਂ ਇਹਨਾਂ ਨੂੰ ਜੀ ਆਇਆਂ ਨੂੰ ਕਿਹਾ। ਆਪਾਂ ਹਰ ਕਿਸਮ ਦੇ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਵੇਲੇ ਵੀ ਜਿੱਥੇ ਆਪਾਂ ਖੜੇ ਆ, ਇਹ ਬਿਲਕੁਲ ਸਿੰਘੂ ਬਾਰਡਰ ਜਿਹੜਾ ਹੈਗਾ, ਕੁੰਡਲੀ ਬਾਰਡਰ, ਉੱਥੇ ਨਾਲ ਹੀ ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਸਥਾਨ ਹੈ, ਗੁਰੂ ਤੇਗ ਬਹਾਦਰ ਮੈਮੋਰੀਅਲ। ਦਿੱਲੀ ਗਵਰਨਮੈਂਟ ਇਹਨੂੰ ਟੇਕ ਕੇਅਰ ਕਰਦੀ ਹੈ। ਤੇ ਇੱਥੇ ਤੁਸੀਂ ਵੇਖ ਸਕਦੇ ਹੋ ਲੰਗਰ ਤੋਂ ਲੈ ਕੇ ਇੱਥੇ ਪਾਣੀ, ਇੱਥੇ ਮੋਬਾਈਲ, ਟਾਇਲਟਸ ਤੇ ਰਹਿਣ ਦਾ ਪ੍ਰਬੰਧ, ਜੋ ਵੀ ਵੱਧ ਤੋਂ ਵੱਧ ਸਾਡੇ ਤੋਂ ਹੋ ਸਕਦਾ। ਅਸੀਂ ਇਕੱਲੇ ਨਹੀਂ, ਸਾਰੇ ਦਿੱਲੀ ਵਾਲੇ ਇਸ ਕਿਸਾਨਾਂ ਦੀ ਲੜਾਈ ਵਿੱਚ ਉਹਨਾਂ ਦੇ ਨਾਲ ਨੇ। ਦਿੱਲੀ ਵਾਲੇ ਅਹਿਸਾਨਮੰਦ ਨੇ ਆਪਣੇ ਕਿਸਾਨਾਂ ਦੇ, ਇਸ ਚੀਜ਼ ਨੂੰ ਕਰਦੇ ਨੇ ਇੰਡੋਰਸ ਕੀ ਕਿਸਾਨ ਸਾਡੇ ਅੰਨਦਾਤੇ ਆ। ਤੇ ਜਿੰਨਾ ਹੋ ਸਕੇ ਸਾਨੂੰ ਮੌਕਾ ਮਿਲਿਆ ਇਹਨਾਂ ਦੀ ਸੇਵਾ ਕਰਨ ਦਾ। ਤੇ ਇਕੱਲੇ ਮਤਲਬ ਸਮੱਗਰੀ ਭੇਜ ਕੇ, ਰਸਦ ਭੇਜ ਕੇ ਹੀ ਨਹੀਂ, ਉਹਨਾਂ ਨਾਲ ਇੱਥੇ ਆ ਕੇ ਬਹਿੰਦੇ ਵੀ ਹੈ। ਮੈਨੂੰ ਪੂਰਾ ਦਿਨ ਫੋਨ ਆਉਂਦੇ ਵੀ ਦੱਸੋ ਕੀ ਕਮੀ ਪੇਸ਼ੀ ਹੋਣਾ। ਅੱਜ ਵੀ ਮੈਨੂੰ ਕੁਝ ਵੀਰਾਂ ਨੇ ਦੱਸਿਆ ਵੀ ਇੱਥੇ ਮੱਛਰਦਾਨੀ ਦੀ, ਇੱਥੇ ਉਹ ਜੋ ਮੋਸਕੀਟੋ ਰੈਪਲੀ ਹੁੰਦੀ ਉਹਦੀ ਲੋੜ ਹੈ, ਤੇ ਉਹਦਾ ਵੀ ਪ੍ਰਬੰਧ ਕਰਕੇ ਆਏ ਨੇ। ਅੱਜ ਰਾਤੀ ਫਿਰ ਵੰਡਣਗੇ। ਕੁੜੀਆਂ ਲਈ ਤੁਹਾਨੂੰ ਕਰਨਾ ਪਿਆ, ਲੋੜ ਪੈ ਰਹੀ ਸੀ? ਬਿਲਕੁਲ, ਕੁਝ ਇੱਧਰ ਸਾਡੀ ਭੈਣਾਂ ਨੇ, ਮਾਤਾਵਾਂ ਨੇ, ਉਹਨਾਂ ਨੂੰ ਦਿੱਕਤ ਹੋ ਰਹੀ ਸੀ ਰਹਿਣ 'ਚ, ਤੇ ਉਹਨਾਂ ਵਾਸਤੇ ਸੈਪਰੇਟ ਕੁਝ ਇੱਥੇ ਆਪਾਂ ਇੰਤਜ਼ਾਮ ਕੀਤੇ ਨੇ। ਮੈਂ ਤੁਹਾਨੂੰ ਵਿਖਾ ਵੀ ਦੇਣਾ। सो एक चीज़ ख्याल आ रही है कि आम आदमी पार्टी पहले कम करती है फिर अपनी पेशकश करती है, बिकॉज जिथे रौला रपा पे उत्थे ਤੁਹਾਡਾ ਬੋਰਡ ਨਹੀਂ, ਉੱਥੇ ਕੋਈ ਨਹੀਂ ਸਟੈਂਡ ਲੱਗੇ। ਦੇਖੋ ਪਹਿਲੇ ਦਿਨ ਕੋਨੇ ਵਿੱਚ ਕੰਮ ਕਰਦੇ ਹਾਂ, ਕਿਸਾਨਾਂ ਦਾ ਵੀ ਆਹੀ ਹੈ ਵੀ ਸਾਡਾ ਨੌਨ ਪੋਲੀਟੀਕਲ ਹੋਣਾ ਚਾਹੀਦਾ। ਸਿਆਸੀ ਇੰਟਰਫੇਰੈਂਸ ਉਹਨਾਂ ਨੂੰ ਨਹੀਂ ਚੰਗੀ ਲੱਗਦੀ। ਤੇ ਮੈਨੂੰ ਲੱਗਦਾ ਜੇ ਸੰਘਰਸ਼ ਇੰਨਾ ਮਜ਼ਬੂਤੀ ਨਾਲ ਅੱਗੇ ਵਧ ਰਿਹਾ, ਤੇ ਆਪਾਂ ਦੇ ਪਹਿਲੇ ਦਿਨ ਕਮਿਟਮੈਂਟ ਕੀਤਾ ਸੀ ਵੀ ਬਿਨਾਂ ਕਿਸੇ ਝੰਡੇ ਦੇ, ਬਿਨਾਂ ਕਿਸੇ ਟੈਗ ਦੇ ਆਪਾਂ ਤੁਹਾਡੀ ਸੇਵਾ 'ਚ ਹਾਜ਼ਰ ਰਹਾਂਗੇ। ਉਹਨੂੰ ਆਪਾਂ ਇੰਪਲੀਮੈਂਟ ਕਰ ਰਹੇ ਹਾਂ। ਤੁਸੀਂ ਵੇਖ ਸਕਦੇ ਹੋ ਇੱਥੇ ਕੁਝ ਫੀਮੇਲ ਵੋਲੰਟੀਅਰਸ ਦੇ ਰਹਿਣ ਦਾ ਅਰੇਂਜਮੈਂਟ ਕੀਤਾ ਗਿਆ।
ਤੇ ਆਪਾਂ ਸਿਰਫ ਇਹ ਸੇਵਾਦਾਰ ਵਾਲਾ ਟੈਗ ਲਾ ਕੇ ਸਾਡੀ ਪੂਰੀ ਟੀਮ ਉੱਥੇ ਜਾ ਕੇ ਅੰਦਰ ਕਈ ਕਿਲੋਮੀਟਰ ਤੱਕ ਟਰੈਕਟਰ ਟਰਾਲੀਆਂ ਵਿੱਚ ਜੋ ਵੀ ਸਾਡੇ ਤੋਂ ਹੋ ਸਕਦਾ ਹੈ, ਸਾਰੇ ਦਿੱਲੀ ਵਾਲੇ ਰਲ ਕੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਵੀ ਜੋ ਵੱਧ ਤੋਂ ਵੱਧ ਤੁਸੀਂ ਕਿਸਾਨਾਂ ਨੇ ਮੰਗ ਕੀਤੀ ਸੀ ਟੋਪੀਆਂ ਪਾ ਕੇ ਨਾ, ਤੁਸੀਂ ਉਹ ਮੰਗ ਸੁਣ ਲਈ ਬਿਲਕੁਲ। ਬਸ ਇਹ ਸਾਡਾ ਸੇਵਾਦਾਰ ਦਾ ਟੈਗ ਹੈ ਜੀ, ਕਿਸੇ ਨੂੰ ਕੁਝ ਚਾਹੀਦਾ ਹੋਵੇ ਤੇ ਇਹ ਟੈਗ ਵੇਖ ਕੇ ਦੱਸ ਦਿਓ। ਵੈਸੇ ਤੇ ਕਿਸਾਨਾਂ ਨੂੰ ਦੇਣ ਵਾਲੇ ਅਸੀਂ ਕੌਣ ਹੁੰਦੇ ਆ, ਆਪ ਹੀ ਵਿਚਾਰੇ ਟਰੈਕਟਰ ਟਰਾਲੀਆਂ 'ਚ ਭਰ ਕੇ ਲੈ ਕੇ ਆਏ ਨੇ, ਪਰ ਫਿਰ ਵੀ ਕਿਤੇ ਕੋਈ ਕਮੀ ਪੇਸ਼ੀ ਹੁੰਦੀ ਤੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਵੀ ਕਿਸੇ ਕਿਸਮ ਦੀ ਥੋੜ ਨਾ ਹੋਵੇ। ਸੋ ਆਈ ਥਿੰਕ ਇਹ ਇੱਕ ਨਵੇਕਲਾ ਤਰੀਕਾ ਜੋ ਸਿਆਸਤ ਦਾ ਸਾਨੂੰ ਅਸੀਂ ਪਹਿਲੇ ਦੇਖਿਆ ਨਹੀਂ ਸੀ ਕਿ ਸਿਆਸਤ ਪਹਿਲੇ ਵਾਅਦੇ ਕਰਦੀ ਹੈ ਫਿਰ ਕੰਮ ਕਰਨ ਵੇਲੇ ਭੁੱਲ ਜਾਂਦੀ ਹੈ। ਸੋ ਇਹ ਆਮ ਆਦਮੀ ਪਾਰਟੀ ਦਾ ਨਵਾਂ ਤਰੀਕਾ ਹੈ, ਕੰਮ ਕਰਦੇ ਨੇ ਫਿਰ ਰਿਪੋਰਟ ਕਰਦੇ ਤੁਹਾਡੇ ਤੋਂ ਪੁੱਛਦੇ ਨੇ ਕਿੰਨੇ ਨੰਬਰ ਆਏ ਨੇ। ਸੋ ਇਹ ਇੰਤਜ਼ਾਮ ਉਮੀਦ ਕਰਦੇ ਹਾਂ ਜਾਰੀ ਰਹਿਣਗੇ ਤੇ ਹੋਰ ਇਹਨੂੰ ਹੋਰ ਐਕਸਪੈਂਡ ਕਰਨ ਦੀ ਗੱਲ ਹੋ ਰਹੀ ਹੈ, ਜਿੱਦਾਂ ਜਿੱਦਾਂ ਲੋਕਾਂ ਦਾ ਇੱਥੇ ਆਵਾਜਾਈ ਵਧ ਰਹੀ ਹੈ ਤੇ ਕੱਲ ਤੋਂ ਜਿੱਦਾਂ ਕਿਚਨ 'ਚ ਕੁਝ ਹਜ਼ਾਰ ਲੋਕਾਂ ਦਾ ਇੱਥੇ ਫੂਡ ਰੈਡੀ ਹੁੰਦਾ ਸਵੇਰ ਦੇ ਨਾਸ਼ਤੇ ਤੋਂ ਲੈ ਕੇ ਤੇ ਰਾਤੀ ਰੋਟੀ ਤੋਂ ਬਾਅਦ ਦੁੱਧ ਪਿਆਉਣ ਤੱਕ ਦਾ, ਉਹਨੂੰ ਹੋਰ ਜ਼ਿਆਦਾ ਆਪਣੀ ਸਰਵਿਸ ਸੇਵਾ। ਹਾਂਜੀ, ਇੱਥੇ ਇੱਕ ਬਹੁਤ ਵੱਡੀ ਟੀਮ ਹੈ ਜੋ ਅੰਦਰੋਂ ਇੱਥੋਂ ਚੀਜ਼ਾਂ ਚੱਕ ਕੇ ਸਮੱਗਰੀ ਤੇ ਉੱਥੇ ਤੱਕ ਪਹੁੰਚਾਉਂਦੀ ਹੈ। ਸੋ ਉਹ ਵੀ ਚੁੱਪ ਚੁਪੀਤੇ ਕਰ ਰਹੀ ਹੈ, ਉੱਤੇ ਕੋਈ ਟੈਗ ਨਹੀਂ ਸਾਰੇ ਕਿਸਾਨ ਹੀ ਨੇ। ਵੇਖੋ ਕੋਈ ਇਹਦੇ 'ਚ ਜੋ ਆਮ ਆਦਮੀ ਪਾਰਟੀ ਦੇ ਵਰਕਰ ਨੇ ਪੰਜਾਬ ਦੇ, ਉਹਦੇ 'ਚ ਵੀ ਬਹੁ ਗਿਣਤੀ ਕਿਸਾਨ ਹੀ ਨੇ ਤੇ ਸਭ ਦਾ ਨਹੀਂ ਉੱਥੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਟੈਂਟ ਲੱਗੇ, ਤੁਸੀਂ ਸੋਚਿਆ ਨਹੀਂ ਕਿ ਆਪ ਆਦਮੀ ਪਾਰਟੀ ਦਾ ਇੱਕ ਟੈਂਟ ਲਾ ਦਿੰਦੇ ਉੱਥੇ? ਵੇਖੋ ਸਰਵਿਸ ਉੱਥੇ ਪਹੁੰਚਣੀ ਚਾਹੀਦੀ। ਮੈਂ ਫਿਰ ਕਹਿਣਾ ਕਿ ਕਿਸਾਨਾਂ ਦਾ ਸੰਘਰਸ਼ ਮਜ਼ਬੂਤੀ ਨਾਲ ਜਾਰੀ ਰਹੇ, ਸਾਡੀ ਆਹੀ ਕੋਸ਼ਿਸ਼ ਹੈ ਕਿ ਇੱਥੇ ਸਭ ਨੂੰ ਪਤਾ ਹੀ ਹੈ ਜੀ, ਇੱਥੇ ਕਿਸਾਨਾਂ ਦੇ ਪੁੱਤ ਆਪ ਇਸ ਸੰਘਰਸ਼ ਵਿੱਚ ਸ਼ਾਮਲ ਨੇ, ਸਾਡੇ ਨਾਲ ਵੀ ਲੱਗੇ ਹੋਏ ਨੇ ਤੇ ਜ਼ਰੂਰੀ ਨਹੀਂ ਕਿਸੇ ਦਾ ਨਾ ਹੋਵੇ। ਇਸ ਮੋਰਚੇ ਵਿੱਚ ਕਿਸਾਨਾਂ ਦੀ ਜਿੱਤ ਹੋਣੀ ਚਾਹੀਦੀ ਆ, ਇੰਪੋਰਟੈਂਟ ਇਹ ਆ। ਤੁਸੀਂ ਕੇਂਦਰ ਸਰਕਾਰ ਨਾਲ ਬੜੀ ਲੰਬੀ ਲੜਾਈ ਲੜੀ ਹੈਗੀ ਹੈ, ਤੁਹਾਨੂੰ ਕੀ ਲੱਗਦਾ ਹੈ ਜਿਸ ਤਰ੍ਹਾਂ ਇਹ ਕਿਸਾਨ ਅੰਦੋਲਨ ਚੱਲ ਰਿਹਾ ਹੈ ਇਹ ਜਿੱਤ ਪਾਣਗੇ? ਫਿਲਹਾਲ ਤੇ ਹਰ ਦਿਨ ਕੇਂਦਰ ਸਰਕਾਰ ਦਬਾਅ 'ਚ ਲੱਗ ਰਹੀ ਹੈ। ਮੈਂ ਆਪ ਪਿਛਲੇ ਇੱਕ ਹਫ਼ਤੇ 'ਚ 2 ਵਾਰੀ ਗ੍ਰਿਫਤਾਰੀ ਦਿੱਤੀ। ਆਪਾਂ ਪ੍ਰਧਾਨ ਮੰਤਰੀ ਦੇ ਸਾਹਿਬ ਦੇ ਘਰ ਦੇ ਮੂਹਰੇ ਜਾ ਕੇ ਵੀ ਅਰੈਸਟ ਹੋਏ, ਕੱਲ ਫਿਰ ਆਪਾਂ ਕਨਾਟ ਪਲੇਸ ਤੋਂ ਅਰੈਸਟ ਹੋਏ ਤੇ ਇਸ ਆਵਾਜ਼ ਨੂੰ ਜਿੰਨਾ ਵੱਧ ਤੋਂ ਵੱਧ ਬੁਲੰਦ ਕਰ ਸਕੀਏ, ਸਭ ਦੀ ਆਹੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਪਰ ਕੇਂਦਰ ਸਰਕਾਰ ਨੂੰ ਵੀ ਆਪਣੀ ਆਕੜ ਛੱਡ ਕੇ, ਆਪਣੀ ਈਗੋ ਛੱਡ ਕੇ ਤੇ ਕਿਸਾਨਾਂ ਦੀ ਜਾਇਜ਼ ਮੰਗਾਂ ਮੰਨ ਲੈਣੀ ਚਾਹੀਦੀਆਂ। ਉਹ ਮੁੱਦੇ ਦੀ ਗੱਲ ਤੇ ਆਈਏ, ਤੁਸੀਂ ਪੰਜਾਬ ਵਿੱਚ ਆ ਰਹੇ ਹੋ, ਮੈਂ ਸੁਣਿਆ ਚੋਣਾਂ ਵਿੱਚ ਮੇਰੀ ਸੇਵਾ ਲੱਗੀ ਹੋਈ ਹੈ ਤੇ ਡਿਊਰਿੰਗ ਲੋਕਡਾਊਨ ਆਪਾਂ ਕਾਫੀ ਉੱਥੇ ਕੰਮ ਕੀਤਾ ਕਿਉਂਕਿ ਪਾਬੰਦੀਆਂ ਸੀ, ਵੱਡੀ ਗੈਦਰਿੰਗਸ ਨਹੀਂ ਹੋ ਸਕਦੀਆਂ ਸੀ। ਇਹ ਵੀ ਆਇਆ ਕਿ ਵੀ ਦਿੱਲੀ ਵਾਲੇ ਪੰਜਾਬ ਵਿੱਚ ਕੰਮ ਕਰਦੇ ਰਹੇ ਕਿ ਦਿੱਲੀ ਸੰਭਾਲਣਾ ਭੁੱਲ ਗਏ? ਨਹੀਂ, ਏਦਾਂ ਕੁਝ ਨਹੀਂ ਹੈ। ਦਿੱਲੀ 'ਚ ਤੇ ਜਿੱਦਾਂ ਮੈਂ ਆਪਣੇ ਹਲਕੇ ਦੀ ਗੱਲ ਕਰਾਂ, ਮੈਂ ਇੱਥੇ ਨਹੀਂ ਹੁੰਦਾ ਤੇ ਇੱਥੇ ਇੱਕ ਏਦਾਂ ਦਾ ਕਲਚਰ ਹੈ ਕਿ ਕੋਵਿਡ ਜ਼ਿਆਦਾ ਹੈਗਾ, ਉਹ ਸੰਭਾਲ ਨਹੀਂ ਹੋ ਪਾ ਰਹੀ। ਨਹੀਂ, ਹੋ ਗਿਆ ਕੰਟਰੋਲ। ਕੋਵਿਡ ਦੀ ਤੀਜੀ ਵੇਵ ਚੱਲੀ ਸੀ, ਅੱਜ ਉਹਦਾ ਵੀ ਬਹੁਤ ਘਾਟ ਅਸਰ ਹੋ ਰਹਿ ਗਿਆ ਤੇ ਸਾਰੇ ਮਿਲ ਕੇ ਕੋਸ਼ਿਸ਼ ਕਰੀਏ ਕਿਉਂਕਿ ਕੋਵਿਡ ਤੋਂ ਵੱਡਾ, ਕੋਵਿਡ ਤੇ ਆਪਣੀ ਜਗ੍ਹਾ ਹੈਗਾ ਹੀ ਹੈ, ਸਾਰੀ ਦੁਨੀਆ ਦਾ ਮਸਲਾ ਬਣਿਆ ਹੋਇਆ, ਪਰ ਇੱਥੇ ਆਪਾਂ ਜਦੋਂ ਕਿਸਾਨਾਂ ਨਾਲ ਗੱਲ ਕਰਦੇ ਹਾਂ ਤੇ ਉਹ ਕਹਿੰਦੇ ਵੀ ਸਾਡੀ ਜ਼ਮੀਨ ਹੈ ਤਾਂ ਅਸੀਂ ਹੈਗੇ ਹਾਂ। ਸੋ ਹੁਣ ਪੰਜਾਬ ਦਾ ਕੀ ਅਸੀਂ ਮੁੱਖ ਮੰਤਰੀ ਚਿਹਰਾ ਦੇਖ ਰਹੇ ਹਾਂ ਇੱਥੇ? ਨਹੀਂ, ਇਦਾਂ ਦਾ ਕੁਝ ਨਹੀਂ ਹੈ। ਪੰਜਾਬ ਦਾ ਮੁੱਖ ਮੰਤਰੀ ਕੌਣ ਹੋਵੇ ਪੰਜਾਬ ਦੇ ਲੋਕਾਂ ਨੇ ਤੈਅ ਕਰਨਾ ਤੇ ਪਹਿਲਾਂ ਇਹ ਮਸਲਾ ਹੱਲ ਕਰ ਲਈ, ਉਸ ਤੋਂ ਬਾਅਦ ਉਸ ਤੇ ਵੀ ਗੱਲ ਕਰਾਂਗੇ। ਸੋ ਪੰਜਾਬ ਦੀ ਤਿਆਰੀ ਪੂਰੀ ਹੈਗੀ ਹੈ? ਬਿਲਕੁਲ, ਪੰਜਾਬ ਦੀ ਤਿਆਰੀ। ਪੰਜਾਬ ਦੇ ਲੋਕ ਬਹੁਤ ਪਿਆਰ ਕਰਦੇ ਨੇ ਆਮ ਆਦਮੀ ਪਾਰਟੀ ਨਾਲ। ਆਪਾਂ ਵੇਖਿਆ 2017 'ਚ ਆਪਾਂ ਪਹਿਲੀ ਵਾਰ ਚੋਣ ਲੜੇ ਤਾਂ ਵੀ ਮੁੱਖ ਵਿਰੋਧੀ ਧਿਰ ਬਣਨ 'ਚ ਕਾਮਯਾਬ ਹੋਏ ਤੇ ਕੁਝ ਕਮੀਆਂ ਉਸ ਵੇਲੇ ਰਹਿ ਗਈਆਂ, ਉਹਨਾਂ ਨੂੰ ਇਸ ਵਾਰੀ ਲੋਕ ਵੀ ਐਕਸੈਪਟ ਕਰਦੇ ਨੇ। ਉਹਨਾਂ ਨੇ ਵੇਖਿਆ ਤਾਂ 2017 ਵਿੱਚ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਬਣੇ ਸਿਰਫ 2 ਸਾਲ ਹੋਏ ਸੀ ਤੇ ਹੁਣ 5 ਸਾਲ ਦਾ ਇੱਕ ਸਕਸੈਸਫੁਲ ਗਵਰਨੈਂਸ ਮਾਡਲ ਪੰਜਾਬ ਦੇ ਲੋਕ ਵੇਖ ਬੈਠੇ ਆ ਕਿ ਜੇ ਨੀਅਤ ਸਾਫ਼ ਹੋਵੇ ਤੇ ਜਿੰਨਾ ਤੁਸੀਂ ਕਮਿਟਮੈਂਟ ਕਰੋ ਉਸ ਤੋਂ ਜ਼ਿਆਦਾ ਡਿਲੀਵਰ ਕਰ ਸਕਦੇ ਹੋ ਤੇ ਜੇ ਨੀਅਤ ਸਾਫ਼ ਨਹੀਂ ਹੈਗੀ ਫਿਰ ਭਾਵੇਂ ਤੁਸੀਂ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਸੂਹਾਂ ਖਾ ਲਓ, ਫਿਰ ਵੀ ਕੰਮ ਉਦਾਂ ਹੀ ਚੱਲਦੇ ਰਹਿੰਦੇ ਨੇ ਜਿੱਦਾਂ ਪਹਿਲਾਂ ਚੱਲਦੇ ਸੀ। ਸੋ ਇਸ਼ਾਰਾ ਸਮਝ ਗਏ ਹਾਂ ਅਸੀਂ, ਲੋਕ ਵੀ ਸਮਝ ਗਏ ਹੋਣਗੇ ਤੇ ਬਾਕੀ ਹੁਣ ਲੋਕ ਤੈਅ ਕਰਨਗੇ ਤੇ ਐਸੀ ਆਮ ਆਦਮੀ ਪਾਰਟੀ ਦਾ ਪ੍ਰਬੰਧ ਜੋ ਕਿ ਕਿਸਾਨਾਂ ਵਾਸਤੇ ਕੀਤਾ ਗਿਆ ਹੈ, ਚੁੱਪ-ਚੁਪੀਤੇ ਕੰਮ ਕੀਤਾ ਹੈ, ਇਹਦੀ ਵਧਾਈ ਦੇਣੀ ਪੈਂਦੀ ਹੈਗੀ ਹੈ ਕਿਉਂਕਿ ਹਰ ਬੰਦਾ ਦਿਖਾਣਾ ਚਾਹੁੰਦਾ ਕਿ ਮੈਂ ਕਰ ਰਿਹਾ। ਇੱਥੇ ਮੈਂ ਨਹੀਂ ਨਜ਼ਰ ਆ ਰਹੀ, ਉਹ ਬਹੁਤ ਚੰਗਾ ਲੱਗ ਰਿਹਾ ਕਿ ਸਿਰਫ ਇੱਕ ਸੇਵਾਦਾਰ ਦਾ ਟੈਗ ਹੈਗਾ, ਬਾਕੀ ਸਿਰਫ ਅਸੀਂ ਇਹਨਾਂ ਦੀ ਸ਼ਕਲ ਪਛਾਣਦੇ ਹਾਂ। ਬਾਕੀ ਕੱਲ ਵੀ ਮੈਂ ਘੁੰਮ ਰਹੀ ਸੀ, ਕਿਸੇ ਨੇ ਸੰਤਰਾ ਪਕੜਾਇਆ ਤਾਂ ਹੁਣ ਮੇਰੇ ਦਿਮਾਗ ਵਿੱਚ ਆਇਆ ਉਹਨਾਂ ਦਾ ਸੇਵਾਦਾਰ ਲੱਗਿਆ ਹੋਇਆ ਸੀ, ਮੈਨੂੰ ਨਹੀਂ ਪਤਾ ਸੀ ਕੌਣ ਪਕੜਾ ਕੇ ਗਿਆ। ਸੋ ਇਹ ਬੜੀ ਅੱਛੀ ਗੱਲ ਹੈ, ਬੜੀ ਹੰਬਲ ਜਿਹੜੀ ਨਮਰਤਾ ਭਰੀ ਅਪਰੋਚ ਹੈਗੀ ਹੈ, ਬਹੁਤ ਵਧੀਆ ਹੈਗੀ ਹੈ। ਸੋ ਇਹਦਾ ਰਿਪੋਰਟ ਕਾਰਡ ਅਸੀਂ ਬਾਅਦ ਵਿੱਚ ਲਵਾਂਗੇ। ਸੋ ਸਾਨੂੰ ਜੋ ਇਜਾਜ਼ਤ।